बिस्मिल्लाहिर्रहमानिर्रहीम। मेरे बजुर्गो ते अजीज़ो, भैनों ते भराओ, ਜਿਹੜਾ ਵੀ ਇਹ ਦੇਖਣ ਵਾਲੇ ਨੇ ਉਹਨਾਂ ਨੂੰ अस्सलाम वालेकुम ਤੇ ਜੀ ਆਇਆਂ ਨੂੰ। ਜਦੋਂ ਮੈਂ ਜਿਹੜਾ ਪ੍ਰਾਇਮਰੀ ਸਕੂਲ ਪਾਸ ਕੀਤਾ ਤੇ ਹਾਈ ਸਕੂਲ ਗਿਆ, ਉਸ ਵੇਲੇ 6ਵੀਂ ਤੋਂ ਲੈ ਕੇ 10ਵੀਂ ਤੱਕ ਹਾਈ ਸਕੂਲ ਸੀ। ਤੇ ਉਸ ਵੇਲੇ ਸਾਡੇ ਕੋਲ ਚॉइस ਸੀ ਕਿ ਅਰਬੀ ਪੜ੍ਹੋ ਜਾਂ ਫਾਰਸੀ ਪੜ੍ਹੋ ਜਾਂ ਡਰਾਇੰਗ ਸਿੱਖੋ। ਤੇ ਮੇਰੇ ਵਾਲਿदैन ਨੇ ਮੈਨੂੰ ਕਿਹਾ ਕਿ ਨਹੀਂ, ਤੂੰ ਅਰਬੀ ਪੜ੍ਹਨੀ ਹੈ। ਔਰ ਉਹ ਇੰਨਾ ਵੱਡਾ ਸਿਲੇਬਸ ਸੀ, ਇੰਨਾ ਜ਼ਬਰਦਸਤ ਸਿਲੇਬਸ ਸੀ ਜਿਹੜਾ ਅੰਗਰੇਜ਼ਾਂ ਨੇ 1882 ਸ਼ੁਰੂ ਕੀਤਾ ਦਾ ਸੀ। ਤੇ ਉਹ ਪੜ੍ਹ ਕੇ ਤੇ ਇਨਸਾਨ ਜਿਹੜਾ ਉਹ ਉਸ ਤੋਂ ਬਾਅਦ ਅਗਰ ਉਹਨੇ ਉਹ ਸਿਲੇਬਸ ਸਹੀ ਤਰ੍ਹਾਂ ਹਾਸਲ ਕੀਤਾ ਤਾਂ ਹੋਵੇ, ਪੜ੍ਹਿਆ ਹੋਵੇ, ਤੇ ਉਹਦੇ ਵਾਸਤੇ ਕੁਰਾਨ ਸ਼ਰੀਫ ਨੂੰ ਸਮਝਣਾ ਕੋਈ ਮੁਸ਼ਕਿਲ ਨਹੀਂ ਰਹਿੰਦਾ। ਤੇ ਜਿਵੇਂ 10ਵੀਂ ਜਮਾਤ ਮੈਂ ਪਹੁੰਚਿਆ ਤੇ ਮੈਨੂੰ ਵੀ ਮਹਿਸੂਸ ਹੋਇਆ ਕਿ ਮੈਂ ਤੇ ਹੁਣ ਕੁਰਾਨ ਸ਼ਰੀਫ ਦਾ ਤਰਜਮੇ ਤੋਂ ਬਗੈਰ ਵੀ ਪੜ੍ਹ ਸਕਣਾ, ਉਹਦਾ ਮਤਲਬ ਸਮਝ ਸਕਣਾ, ਲੇਕਿਨ ਕਾਨਫੀਡੈਂਸ ਨਹੀਂ ਸੀ। ਇਸ ਵਾਸਤੇ ਮੈਂ ਜਿਹੜਾ ਨਾ ਇੱਕ ਬਗੈਰ ਤਰਜਮੇ ਵਾਲਾ ਕੁਰਾਨ ਸ਼ਰੀਫ ਸਿਰਫ ਨਾਜ਼ਰਾ ਜਿਹੜਾ ਉਹ ਲਿਆ ਤੇ ਪੜ੍ਹਨਾ ਸ਼ੁਰੂ ਕੀਤਾ। ਔਰ ਨਾਲ ਮੇਰੇ ਕੋਲ ਤਰਜਮੇ ਦਾ ਕੁਰਾਨ ਵੀ ਹੈ ਸੀ, ਜਿਹੜਾ ਮੈਨੂੰ ਕੋਈ ਜ਼ਰਾ ਸਮਝ ਨਹੀਂ ਸੀ ਆਉਂਦੀ, ਮੈਂ ਤਰਜਮੇ 'ਤੇ ਦੇਖ ਲੈਂਦਾ ਸਾਂ। ਅਤੇ ਜਿਸ ਵੇਲੇ ਮੈਂ ਸੂਰਤ ਮਾਇਦਾ ਦੇ ਆਇਤ 89 ਜਾਂ 90 ਤੱਕ ਪਹੁੰਚਿਆ ਅਤੇ ਉਹਦੇ ਵਿੱਚ ਲਿਖਿਆ ਹੈ ਕਿ ਤੁਸੀਂ ਜਿਹੜੇ ਝੂਠੀਆਂ ਕਸਮਾਂ ਖਾਂਦੇ ਹੋ, ਲਗਵ ਕਿਸਮ ਦੀ, ਐਵੇਂ ਬੈਠੇ ਬਿਠਾਇਆ ਅੱਲਾ ਦੀ ਕਸਮ ਹੈ, ਇਹ ਅੱਲਾ ਦੀ ਕਸਮ ਇਹ ਹੋਇਆ, ਇਹ ਜਿਹੜਾ ਨਾ ਇਹੋ ਜਿਹੀ ਜਿਹੜੀਆਂ ਝੂਠੀਆਂ ਕਸਮਾਂ ਨੇ ਅਲੱਗ ਕਿਸਮ ਦੀਆਂ, ਇਹਦਾ ਖੁਦਾ ਤਾਲਾ ਕੋਈ ਮੁਆਵਜ਼ਾ ਨਹੀਂ ਕਰੇਗਾ। ਲੇਕਿਨ ਜਿਹੜੀ ਉਹ ਕਸਮ ਜਿਹੜੀ ਤੁਸੀਂ ਵਾਅਦਾ ਕਿਸੇ ਨਾਲ ਕੀਤਾ ਦਾ ਹੈ, ਉਹਦਾ ਜ਼ਰੂਰ ਮੁਆਵਜ਼ਾ ਹੋਏਗਾ। ਅਤੇ ਉਹਦਾ ਕਫਾਰਾ ਐਵੇਂ ਕਿ ਤੁਸੀਂ 10 ਯਤੀਮਾਂ ਨੂੰ ਖਾਣਾ ਖਿਲਾਓ, ਮਸਕੀਨਾਂ ਨੂੰ ਖਾਣਾ ਖਿਲਾਓ, 10 ਮਸਕੀਨਾਂ ਨੂੰ, ਜਾਂ ਉਹਨਾਂ 'ਚ ਕਿਸੇ ਨੂੰ ਕੱਪੜੇ ਲੈ ਕੇ ਦੇ ਦਿਓ ਜਿਹਨੂੰ ਕੱਪੜਿਆਂ ਦੀ ਜ਼ਰੂਰਤ ਹੈ। ਔਰ ਅਗਰ ਇਹ ਵੀ ਨਹੀਂ ਕਰ ਸਕਦੇ ਤਾਂ ਉਹਦੇ 'ਤੇ ਅੱਗੇ ਲਿਖਿਆ ਹੈ ਉਹ ਤਹਿਰੀਰ ਰਕਬਾ, ਕਿ ਤੁਸੀਂ ਰਕਬਾ ਜਿਹੜਾ ਨਾ ਉਹ ਲਿਖ ਲਓ। ਅਤੇ ਮੈਂ ਆਖਿਆ ਇਹ ਕੀ ਮਤਲਬ ਇਹਦਾ, ਉਹ ਤਹਿਰੀਰ ਰਕਬਾ। ਤਾਂ ਫਿਰ ਮੈਂ ਜਿਸ ਵੇਲੇ ਗੌਰ ਕੀਤਾ ਅਤੇ ਮੈਨੂੰ ਕੋਈ ਸਮਝ ਨਾ ਆਏ, ਕਿਉਂਕਿ ਰਕਬਾ ਦਾ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਇਹਦਾ ਕੀ ਮਤਲਬ ਹੈ। ਅਤੇ ਜਿਸ ਵੇਲੇ ਮੈਂ ਤਰਜਮਾ ਦੇਖਿਆ ਤਾਂ ਉੱਤੇ ਲਿਖਿਆ ਦਾ ਸੀ ਜਾਂ ਫਿਰ ਇੱਕ ਗੁਲਾਮ ਕੋ ਆਜ਼ਾਦ ਕਰੋ। ਅਤੇ ਫਿਰ ਉਸ ਵੇਲੇ ਮੈਨੂੰ ਸਮਝ ਆਈ ਕਿ ਜਿਹੜਾ ਮੁਸਲਮਾਨ ਨੇ ਜਿਹੜਾ ਉਹ ਡਾਇਰੈਕਟ ਤਰਜਮਾ ਕਰਨਾ ਸ਼ੁਰੂ ਕਰ ਦਿੰਦੇ ਨੇ, ਉਹ ਤਾਂ ਅਰਬੀ 'ਚ ਕੁਛ ਹੋਰ ਹੁੰਦਾ ਉਹਦਾ ਮਤਲਬ। ਯਾਨੀ ਜਿਸ ਤਰ੍ਹਾਂ ਖਾਤਮ ਨਬੀਨ ਦਾ ਮਤਲਬ ਇਹਨਾਂ ਨੇ ਖਾਤਮ ਤੋਂ ਮੁਰਾਦ ਖ਼ਤਮ ਲੈ ਲਿਆ। ਅਤੇ ਜਿਸ ਵੇਲੇ ਮੈਂ ਖਾਤਮ ਦਾ ਦੇਖਿਆ ਤਾਂ ਉਸ ਵੇਲੇ ਤਾਂ ਕੁਰਾਨ ਕਰੀਮ ਜ਼ਮਾਨੇ ਦੇ ਲਿਹਾਜ਼ ਨਾਲ ਖਾਤਮ ਦਾ ਮਤਲਬ ਆਖਰੀ ਹੈ ਹੀ ਨਹੀਂ। ਅਤੇ ਅਗਰ ਆਖਰੀ ਹੈ ਤਾਂ ਉਹਦੇ ਵਾਸਤੇ ਤਾਂ ਆਖਰੀ ਤਾਂ ਹੈ ਹੀ ਅਰਬੀ ਦਾ ਲਫ਼ਜ਼ ਹੈ। ਇਸ ਵਾਸਤੇ ਖੁਦਾ ਨੇ ਸਿੱਧੀ ਗੱਲ ਕਰਨੀ ਚਾਹੀਦੀ ਸੀ ਕਿ ਅਗਰ ਉਹ ਜ਼ਮਾਨੇ ਦੇ ਲਿਹਾਜ਼ ਨਾਲ ਆਖਰੀ ਸਨ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਵਲਾਕਿਨ ਰਸੂਲੁल्लाह ਹੈ ਵ ਆਖਰ ਨਬੀਨ ਜਾਂ ਆਖਰੁਲ ਅੰਬੀਆ। ਖਾਤਮੁਲ ਅੰਬੀਆ ਤਾਂ ਕਹਿਣਾ ਹੀ ਨਹੀਂ ਸੀ ਚਾਹੀਦਾ। ਅਤੇ ਖਾਤਮੁਲ ਅੰਬੀਆ ਖਾਤਮ ਜਿਹੜਾ ਉਹ ਤਾਂ ਆਪਣੀ ਜਿਹੜਾ ਫੀਲਡ ਹੁੰਦੀ ਹੈ ਉਹਦੇ ਜਿਹੜਾ ਕਮਾਲ ਕਰ ਲਵੇ, ਉਹਦਾ ਮਤਲਬ ਤਾਂ ਅਸੀਂ ਇਹੋ ਹੀ ਲੈਂਦੇ ਹਾਂ ਕਿ ਨਬੂਵਤ ਦੇ ਕਮਾਲਾਤ ਜਿੰਨੇ ਵੀ ਸਨ ਉਹ ਸਾਰੇ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ 'ਤੇ ਖ਼ਤਮ ਹੋ ਗਏ ਨੇ। ਉਸ ਤੋਂ ਜ਼ਿਆਦਾ ਕੋਈ ਵੀ ਨਬੀ ਜਿਹੜਾ ਉਹ ਕਮਾਲ ਨਹੀਂ ਦੱਸ ਸਕਦਾ, ਉਸ ਤੋਂ ਉੱਤੇ ਕੋਈ ਜਾ ਹੀ ਨਹੀਂ ਸਕਦਾ, ਉਸ ਤੋਂ ਉੱਤੇ ਕੋਈ ਵੀ ਨਹੀਂ ਹੈ। ਸਾਰੇ ਕਮਾਲਾਤ ਜਿਹੜੇ ਨੇ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ 'ਤੇ ਖ਼ਤਮ ਹੋ ਗਏ ਨੇ। ਅਤੇ ਇਹ ਗੱਲ ਹੈ। ਅਤੇ ਉਹ ਫਿਰ ਵੀ ਕਹਿੰਦੇ ਨਹੀਂ ਜੀ, ਖਾਤਮ ਨਬੀਨ ਦਾ ਮਤਲਬ ਆਖਰੀ ਹੈ, ਕਿਉਂਕਿ ਰਸੂਲ ਕਰੀਮ ਨੇ ਕਿਹਾ ਹੈ ਕਿ ਅਨਾ ਖਾਤਮ ਨਬੀਨ ਲਾ ਨਬੀ ਬਾਦੀ, कि मेरे बाद तो कोई नबी नहीं।
ਯਕੀਨਨ ਉਹਨਾਂ ਦੇ ਬਾਅਦ ਜਿਹੜਾ ਉਹਨਾਂ ਤੋਂ ਉੱਚਾ ਹੋਵੇ ਉਹ ਕੋਈ ਵੀ ਨਹੀਂ। ਬਾਅਦ ਤੋਂ ਮੁਰਾਦ ਇਹ ਵੀ ਤਾਂ ਹੋ ਸਕਦਾ ਨਾ ਕਿ ਉਸ ਤੋਂ ਉੱਤਾ ਜਿਹੜਾ ਹੈ ਉਹ ਕੋਈ ਵੀ ਨਹੀਂ। ਤੇ ਨਹੀਂ ਕਹਿੰਦੇ ਨੇ ਜਿਹੜੇ ਨਾਮ ਦੀ ਮੁਸਲਮਾਨ ਨੇ ਉਹ ਤਾਂ ਕਹਿੰਦੇ ਨਹੀਂ ਰਸੂਲ ਕਰੀਮ ਤਾਂ ਖਤਮ ਹੋ ਗਏ ਦੇ ਨੇ, ਉਹਨਾਂ 'ਤੇ ਤਾਂ ਨਬੂਵਤ ਖਤਮ ਹੋ ਚੁੱਕੀ ਹੈ, ਹੁਣ ਕੋਈ ਨਬੀ ਨਹੀਂ ਆਏਗਾ। ਤੇ ਰਸੂਲ ਕਰੀਮ ਨੇ ਖੁਦ ਜਿਹੜਾ ਕਿਹਾ ਕਿ ਈਸਾ ਅਲੈਹਿਸਲਾਮ ਆਉਣਗੇ, ਉਹਨਾਂ ਦੇ ਆਉਣ ਨਾਲ ਜਿਹੜਾ ਨਾ ਇਸਲਾਮ ਦਾ ਜਿਹੜਾ ਉਹ ਫਿਰ ਦੁਬਾਰਾ ਜਿਹੜਾ ਬੋਲਬਾਲਾ ਹੋਏਗਾ ਔਰ ਸਾਰੀ ਦੁਨੀਆ ਦੇ ਉੱਤੇ ਜਿਹੜਾ ਨਾ ਸਾਰੇ ਦੀਨਾਂ ਦੇ ਉੱਤੇ ਉਹ ਗਾਲਬ ਆ ਜਾਏਗਾ। ਔਰ ਉਹ ਹੋਣਾ ਮਸੀਹ ਦੇ ਵੇਲੇ। ਤੇ ਜਿਹੜਾ ਮਸੀਹ ਆਏਗਾ ਉਹ ਕਿਹੜਾ ਉਮਤ ਮੁਹੰਮਦੀਆ 'ਚ ਨਹੀਂ ਹੋਏਗਾ। ਇਹ ਕਹਿੰਦੇ ਨਹੀਂ ਉਹ ਉਮਤ ਮੁਹੰਮਦੀਆ 'ਚ ਨਹੀਂ ਹੋਣਾ। ਉਮਤ ਮੁਹੰਮਦੀਆ ਦੇ ਮੁਤਲਕ ਇਹ ਸਮਝਦੇ ਨੇ ਕਿ ਉਹ ਸਾਰੀਆਂ ਉਮਤਾਂ ਤੋਂ ਬਿਹਤਰ ਹੈ। ਔਰ ਲੇਕਿਨ ਸਾਰੀਆਂ ਉਮਤਾਂ ਦੇ ਵਿੱਚ ਜਿਹੜੇ ਨੇ ਉਹ ਤਾਂ ਨਬੀ ਆਉਂਦੇ ਰਹੇ ਨੇ, ਉਹਨਾਂ ਦੇ ਮਤਹਿਤ ਨਬੀ ਆਉਂਦੇ ਰਹੇ ਨੇ। ਸਾਰੀ ਤਾਰੀਖ ਦੇ ਵਿੱਚ ਤੁਸੀਂ ਦੇਖੋ ਤਾਂ 5 ਜਿਹੜੇ ਨੇ ਉਹ ਨਬੀ ਨੇ ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਸ਼ਰੀਅਤ ਦਿੱਤੀ ਹੈ। ਉਸ ਤੋਂ ਇਲਾਵਾ ਤਾਂ 1,24,000 ਪੈਗੰਬਰ ਜਿਹੜੇ ਆਏ ਨੇ ਉਹਨਾਂ ਕੋਲ ਤਾਂ ਸ਼ਰੀਅਤ ਆਈ ਨਹੀਂ ਸੀ। ਉਹ ਤਾਂ ਸਾਰੇ ਪਹਿਲੇ ਨਬੀਆਂ ਦੀ ਸ਼ਰੀਅਤ ਮਤਹਿਤ ਆਏ ਨੇ, ਉਹਦੇ ਮੁਤਾਬਕ ਕੰਮ ਕਰਦੇ ਰਹੇ ਨੇ, ਉਹਨਾਂ ਦੀ ਸ਼ਰੀਅਤ ਨੂੰ ਫਾਲੋ ਕਰਦੇ ਰਹੇ ਨੇ। ਤੇ ਹੁਣ ਇਸ ਤਰ੍ਹਾਂ ਕਿਉਂ ਨਹੀਂ ਹੋ ਸਕਦਾ? ਕਹਿੰਦੇ ਨਹੀਂ ਅਸੀਂ ਜਿਹੜਾ ਨਾ ਸਾਡੀ ਉਮਤ ਵਿੱਚ ਜਿਹੜਾ ਨਾ ਐਸਾ ਕੋਈ ਵੀ ਕਾਬਲ ਰਿਹਾ ਹੀ ਨਹੀਂ, ਸਾਰੇ ਖੱਸੀ ਹੋ ਗਏ ਦੇ ਨੇ। ਹੁਣ ਤਾਂ ਕਿਸੇ ਨੂੰ ਅਲਾਮ ਵੀ ਨਹੀਂ ਹੋਣਾ, ਵਹੀ ਵੀ ਨਹੀਂ ਹੋਣੀ। ਔਰ ਬਿਲਕੁਲ ਫਜ਼ੂਲ ਜਿਹੜੀਆਂ ਗੱਲਾਂ ਨੇ ਕਿ ਹੁਣ ਨਬੀ ਆ ਹੀ ਨਹੀਂ ਸਕਦਾ ਕਿਸੇ ਕਿਸਮ ਦਾ। ਔਰ ਕਨਸਟੀਟਿਊਸ਼ਨ ਆਫ ਪਾਕਿਸਤਾਨ ਦੇ ਵਿੱਚ ਵੀ ਇਹ ਕਹਿ ਦਿੱਤਾ ਗਿਆ ਕਿ ਹੁਣ ਕਿਸੇ ਕਿਸਮ ਦਾ ਜ਼ਿੱਲੀ ਬਰੂਦੀ ਕੋਈ ਨਬੀ ਮਤਹਿਤ ਨਬੀ ਕੋਈ ਵੀ ਨਹੀਂ ਆ ਸਕਦਾ। ਬਿਲਕੁਲ ਛੁੱਟੀ ਹੋ ਗਈ। ਤੇ ਮੈਂ ਤਾਂ ਇੱਕ ਵਾਰੀ ਵੀਡੀਓ ਪਹਿਲੇ ਵੀ ਬਣਾ ਬੈਠਾ ਕਿ ਈਸਾ ਅਲੈਹਿਸਲਾਮ ਜਿਹੜੇ ਉੱਤੇ ਬੈਠੇ ਦੇ ਨੇ ਉਹ ਜਿਹੜੇ ਵਾਪਸ ਆਉਣਗੇ ਤੇ ਉਹ ਤਾਂ ਤੱਕਣਗੇ ਕਿ ਇਸ ਵੇਲੇ ਜਿਹੜੇ ਨੇ ਮੇਰੇ ਮੰਨਣ ਵਾਲੇ ਤਾਂ ਦੁਨੀਆ 'ਚ ਸਭ ਤੋਂ ਜ਼ਿਆਦਾ ਨੇ। ਸਿਰਫ ਉਹਨਾਂ ਨੇ ਇਹ ਇੱਕ ਗਲਤੀ ਕੀਤੀ ਦੀ ਹੈ ਕਿ ਮੈਨੂੰ ਜਿਹੜਾ ਨਾ ਖੁਦਾ ਬਣਾ ਲਿਆ, ਮੈਨੂੰ ਤੇ ਮੇਰੀ ਮਾਂ ਨੂੰ। ਔਰ ਜਿਹੜਾ ਨਾ ਅੱਲਾ ਦੇ ਨਾਲ ਤਰਾਇਆ ਜਿਹੜੇ ਨੇ ਉਹ ਸ਼ਰੀਕ ਕਰਾਤੇ ਦੇ ਨੇ। ਤੇ ਉਹ ਈਸਾ ਅਲੈਹਿਸਲਾਮ ਅੱਲਾ ਨੂੰ ਇਹ ਨਹੀਂ ਕਹਿਣਗੇ ਕਿ ਬਈ ਜਿਹੜਾ ਤੂੰ ਜਿਸ ਵੇਲੇ ਮੈਨੂੰ ਪਹਿਲੀ ਵਾਰੀ ਭੇਜਿਆ ਸੀ ਉਸ ਵੇਲੇ ਉਹ ਪੈਗਾਮ ਤੇਰਾ ਨਹੀਂ ਸੀ, ਉਹ ਕਿਸੇ ਹੋਰ ਦਾ ਸੀ। ਤੇ ਹੁਣ ਜਿਹੜਾ ਤੂੰ ਮੈਨੂੰ ਦੁਬਾਰਾ ਭੇਜਣਾ ਪਿਆ ਤੇ ਮੁਸਲਮਾਨ ਤੇ ਅਸਲੇ ਥਰਡ ਕਲਾਸ ਜਿਹੜੇ ਨੇ ਦੁਨੀਆ ਵਿੱਚ ਜਿਹੜੀ ਹੋ ਸਕਦੀ ਹੈ ਉਹ ਲੋਕ ਨੇ। ਅਸਲੇ ਦੁਨੀਆ 'ਚ ਉਹਨਾਂ ਦੀ ਕੋਈ ਇੱਜ਼ਤ ਨਹੀਂ। ਬੇਈਮਾਨ ਤੇ ਫਰਾਡੀਏ ਸਾਰੇ ਜਿਹੜੇ ਨੇ ਉਹ ਤੇ ਮੁਸਲਮਾਨ ਨੇ ਅੱਜ ਕੱਲ੍ਹ। ਤੇ ਜਿਹੜੇ ਮੇਰੇ ਮੰਨਣ ਵਾਲੇ ਨੇ ਉਹ ਕਮ ਸੇ ਕਮ ਸੱਚ ਤਾਂ ਬੋਲਦੇ ਨੇ, ਆਪਣੀ ਹਕੂਮਤਾਂ ਨਾਲ ਆਪਣੇ ਲੋਕਾਂ ਨਾਲ ਤਾਂ ਸਹੀ ਨੇ ਨਾ, ਆਪਣੇ ਲੋਕਾਂ ਦਾ ਤਾਂ ਖਿਆਲ ਰੱਖਦੇ ਪਏ ਨੇ। ਤੇ ਮੁਸਲਮਾਨ ਤੇ ਇੱਕ ਦੂਏ ਨੂੰ ਪਿਆ ਵੱਢਦੇ ਨੇ, ਕੋਈ ਉਹਨਾਂ 'ਚ ਯੂਨਿਟੀ ਤੇ ਹੈ ਨਹੀਂ। ਤੇ ਉਹ ਅੱਲਾ ਨੂੰ ਇਹ ਨਹੀਂ ਕਹਿਣਗੇ ਕਿ ਯਾ ਅੱਲਾ ਮੈਂ ਤੇ ਉਹੀ ਜਿਹੜਾ ਮੇਰਾ ਕ੍ਰਿਸਚੀਅਨਿਟੀ ਸੀ, ਜਿਹੜਾ ਈਸਾਈਅਤ ਸੀ ਜਿਹਨੂੰ ਨਸਾਰਾ ਕਿਹਾ ਗਿਆ ਕੁਰਾਨ ਸ਼ਰੀਫ ਵਿੱਚ, ਮੈਂ ਉਸੇ ਨੂੰ ਕੰਟੀਨਿਊ ਰੱਖਾਂ। ਉਹਨੂੰ ਥੋੜ੍ਹਾ ਜਿਹਾ ਦੱਸ ਦਿਆਂਗਾ ਕਿ ਐਵੇਂ ਥੋੜ੍ਹਾ ਜਿਹਾ ਸਵਿਚ ਕਰਨਾ ਕਿ ਨਹੀਂ ਮੈਂ ਖੁਦਾ ਨਹੀਂ ਸਾਂ, ਮੈਂ ਤਾਂ ਅੱਲਾ ਦਾ ਇੱਕ ਬੰਦਾ ਵਾਂ ਔਰ ਤੇਰਾ ਖੁਦਾ ਕੋਈ ਨਹੀਂ, ਖੁਦਾ ਇਕੱਲਾ ਹੀ ਹੈ। ਇੰਨੀ ਸਾਰੀ ਗੱਲ ਕਰੇ ਤੇ ਜਿਹੜੇ ਨੇ ਈਸਾਈ ਸਾਰੇ ਜਿਹੜਾ ਨਾ ਉਹਨੂੰ ਮੰਨਣਗੇ। ਉਹਨਾਂ ਨੂੰ ਕੀ ਜ਼ਰੂਰਤ ਹੈ ਕਿ ਆ ਕੇ ਸਾਰੇ ਮੁਸਲਮਾਨਾਂ ਨੂੰ ਜਿਹੜਾ ਠੀਕ ਕਰੇ ਔਰ ਸਾਰਾ ਕੁਛ ਨਵੇਂ ਸਿਰੋਂ ਜਿਹੜਾ ਕੁਰਾਨ ਸ਼ਰੀਫ ਉਹਦੇ 'ਤੇ ਉਤਰੇ। ਸਾਰਾ ਕੁਰਾਨ ਸ਼ਰੀਫ ਦੇ ਇਲਾਵਾ ਸਾਰੀਆਂ ਜਿਹੜੀਆਂ ਹਦੀਸਾਂ ਨੇ ਉਹ ਵੀ ਉਹਨੂੰ ਸਿਖਾਈਆਂ ਜਾਣ ਅਤੇ ਸਾਰਾ ਇਸਲਾਮ ਦੇ ਕਵਾਨੀਨ ਵੀ ਉਹਨੂੰ ਦੱਸੇ ਜਾਣ, ਜਦ ਕਿ ਉਹਨੇ ਪੜ੍ਹੇ ਹੀ ਨਹੀਂ। ਔਰ ਫਿਰ ਇਹ ਗੱਲ ਹੋਏਗੀ ਕਿ ਜਿਹੜਾ ਨਾ ਉਹਨੂੰ ਖਿਆਲ ਆਏਗਾ ਕਿ ਇਹ ਜਿਹੜੇ ਮੁਸਲਮਾਨ ਕਹਿੰਦੇ ਪਏ ਨੇ ਕਿ ਵਹੀ ਤੇ ਐਲਾਨ ਹੋ ਹੀ ਨਹੀਂ ਸਕਦਾ। ਅਤੇ ਜਿਸ ਲਈ ਅੱਲਾ ਤੂੰ ਮੈਨੂੰ ਦੱਸੇਂਗਾ
ਉਸਲੇ ਵਹੀ ਨਹੀਂ ਹੋਏਗੀ ਤੇ ਹੋਰ ਕੀ ਹੋਏਗਾ? ਤੇ ਉਹ ਇਹਨਾਂ ਦਾ ਤੇ ਫਿਰ ਅਕੀਦਾ ਖਤਮ ਹੋ ਜਾਏਗਾ ਕਿ ਵਹੀ ਨਹੀਂ ਹੋ ਸਕਦੀ, ਇਲਹਾਮ ਹੋ ਹੀ ਨਹੀਂ ਸਕਦਾ। ਐਸੀਆਂ ਗੱਲਾਂ ਨੇ ਕਿ ਕੋਈ ਗੱਲ ਵੀ ਜਿਹੜੀ ਹੈ ਉਹ ਸਿੱਧੀ ਨਹੀਂ ਬਹਿੰਦੀ। ਸਾਰੀਆਂ ਗੱਲਾਂ ਜਿਹੜੀਆਂ ਨੇ ਬਿਲਕੁਲ ਇਹਨਾਂ ਦੇ ਆਪਣੇ ਅਕੀਦੇ ਨੂੰ ਜਿਹੜਾ ਨੇ ਜੁਟਲਾ ਦਿੰਦੀਆਂ ਨੇ ਕਿ ਇਹ ਠੀਕ ਹੈ ਹੀ ਨਹੀਂ, ਹੋ ਹੀ ਨਹੀਂ ਸਕਦਾ ਹੈ। ਤੇ ਇਹ ਜਿਹੜੀ ਗੱਲ ਸੀ ਕਿ ਜਿਹੜਾ ਨਾ ਖਾਤਮਾਨਾ ਨਬੀਨ ਦਾ ਕਹਿਣਾ ਕਿ ਜਿਹੜਾ ਨਾ ਨਬੀ ਉਹਨੂੰ ਕੋਈ ਨਹੀਂ ਆ ਸਕਦਾ, ਇਹ ਜਿਸ ਲਿਹਾਜ਼ ਨਾਲ ਵੀ ਦੇਖੋ ਕਦੀ ਵੀ ਸਹੀ ਨਹੀਂ ਬਹਿੰਦਾ। ਤੇ ਮੈਂ ਹੁਣ ਜ਼ਿਆਦਾ ਲੰਮੀ ਗੱਲ ਨਹੀਂ ਕਰਨਾ ਚਾਹੁੰਦਾ, 10 ਮਿੰਟ ਹੋਣ ਵਾਲੇ ਨੇ, ਤੇ ਮੈਂ ਇਸੇ ਤੇ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦਾ। ਤੇ ਮੈਂ ਅਖੀਰ ਵਿੱਚ ਕਹਿਣਾ ਕਿ ਅਸਲਾਮ ਅਲੈਕਮ ਤੇ ਰੱਬ ਰਾਖਾ।